हेलो फ्रेंड्स, दिस इज़ हरविंदर सिंह एंड वेलकम टू द यूट्यूब चैनल लर्न विद हरविंदर सर। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 12 ਇੰਗਲਿਸ਼ ਦਾ ਚੈਪਟਰ ਜਿਸ ਦਾ ਨਾਮ ਹੈ ਅ ਕਮੇਲੀਅਨ, ਜਿਸ ਦੇ ਰਾਈਟਰ ਹਨ ਐਂਟਨ ਚੈਕਵ। ਦੋਸਤੋ, ਕਮੇਲੀਅਨ ਇੱਕ ਅਜਿਹਾ ਕ੍ਰੀਚਰ ਹੁੰਦਾ ਜੋ ਕਿ ਸਰਾਊਂਡਿੰਗਸ ਦੇ ਅਕੋਰਡਿੰਗਲੀ ਆਪਣਾ ਕਲਰ ਹੈ, ਆਪਣਾ ਰੰਗ ਹੈ, ਉਹ ਬਦਲ ਲੈਂਦਾ। ਤੇ ਇਸ ਕਹਾਣੀ ਵਿੱਚ ਕਿਹਨੂੰ ਕਮੇਲੀਅਨ ਦੇ ਨਾਲ ਕੰਪੇਅਰ ਕੀਤਾ ਗਿਆ ਹੈ ਉਹ ਅਸੀਂ ਦੇਖਾਂਗੇ। ਤੇ ਸ਼ੁਰੂ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਇੱਕ ਪੁਲਿਸ ਸੁਪਰੀਡੈਂਡੈਂਟ ਹੈ ਜਿਸ ਦਾ ਨਾਮ ਹੈ ਓਚੋ ਮੈਲੋ। ਉਹ ਮਾਰਕੀਟ ਸਕੁਏਅਰ ਚੌਂਕ ਵਿੱਚ ਜਾ ਰਿਹਾ ਹੁੰਦਾ ਹੈ ਤੇ ਉਸਨੇ ਇੱਕ ਨਵਾਂ ਓਵਰਕੋਟ ਪਾਇਆ ਹੁੰਦਾ ਹੈ ਤੇ ਉਸ ਕੋਲ ਇੱਕ ਪਾਰਸਲ ਹੁੰਦਾ ਹੈ ਤੇ ਉਸ ਦੇ ਨਾਲ ਇੱਕ ਪੁਲਿਸ ਵਾਲਾ ਹੁੰਦਾ ਹੈ, ਇੱਕ ਪੁਲਿਸਮੈਨ ਹੁੰਦਾ ਹੈ ਜਿਸ ਦੇ ਵਾਲ ਲਾਲ ਹੁੰਦੇ ਹਨ ਤੇ ਉਸ ਦੇ ਹੱਥਾਂ ਵਿੱਚ ਜ਼ਬਤ ਕੀਤੀ ਹੋਈ ਗੂਸਬੈਰੀਜ਼ ਦੀ ਛੰਨੀ ਹੁੰਦੀ ਹੈ। ਤੇ ਉਸ ਤੋਂ ਬਾਅਦ ਕੀ ਹੁੰਦਾ, ਓਚੋ ਮੈਲਨ ਨੂੰ ਕੁੱਤੇ ਦੇ ਰੋਣ ਦੀ ਆਵਾਜ਼ ਆਉਂਦੀ ਹੈ ਤੇ ਕੁੱਤਾ ਟਿੰਬਰ ਯਾਰਡ ਲੱਕੜ ਦੀ ਦੁਕਾਨ ਤੋਂ ਬਾਹਰ ਭੱਜ ਰਿਹਾ ਹੁੰਦਾ ਤੇ ਇੱਕ ਬੰਦਾ ਉਸ ਦੇ ਪਿੱਛੇ ਪਿੱਛੇ ਜਾ ਰਿਹਾ ਹੁੰਦਾ ਤੇ ਉਸ ਬੰਦੇ ਦਾ ਕੀ ਪਹਿਰਾਵਾ ਜੋ ਉਸ ਦੇ ਪਿੱਛੇ ਪਿੱਛੇ ਜਾ ਰਿਹਾ, ਡੌਗ ਦੇ ਪਿੱਛੇ ਪਿੱਛੇ ਜਾ ਰਿਹਾ। ਤੇ ਉਸ ਬੰਦੇ ਨੇ ਸਟਾਰਚ ਕਾਟਨ ਸ਼ਰਟ ਪਾਈ ਹੋਈ ਹੈ, ਉਸਨੇ ਇੱਕ ਵੇਸਟ ਕੋਟ ਵੀ ਪਾਇਆ ਹੋਇਆ ਜਿਸ ਦੇ ਬਟਨ ਨਹੀਂ ਲੱਗੇ ਹੋਏ। ਤੇ ਉਹ ਬੰਦਾ ਆਪਣਾ ਰਾਈਟ ਹੈਂਡ ਚੁੱਕ ਕੇ ਆਪਣੀ ਬਲੀਡਿੰਗ ਫਿੰਗਰ ਨੂੰ ਦਿਖਾ ਰਿਹਾ ਹੁੰਦਾ। ਬਲੀਡਿੰਗ ਫਿੰਗਰ ਮੀਨਸ ਕਿ ਉਸਦੀ ਉਂਗਲ ਤੋਂ ਖੂਨ ਨਿਕਲ ਰਿਹਾ ਤੇ ਇਸ ਤਰ੍ਹਾਂ ਲੱਗ ਰਿਹਾ ਹੁੰਦਾ ਕਿ ਉਹ ਆਪਣੀ ਫਿੰਗਰ ਨੂੰ ਫਲੈਗ ਆਫ ਵਿਕਟਰੀ, ਜਿੱਤ ਦੀ ਨਿਸ਼ਾਨੀ ਦੇ ਰੂਪ ਵਿੱਚ ਵਿਖਾ ਰਿਹਾ। ਤੇ ਪੁਲਿਸ ਸੁਪਰੀਡੈਂਡੈਂਟ ਉਸ ਬੰਦੇ ਨੂੰ ਪਛਾਣ ਲੈਂਦਾ। ਉਸਦਾ ਨਾਂ ਹੈ ਰੂਕਿਨ, ਜੋ ਕਿ ਇੱਕ ਗੋਲਡ ਸਮਿਥ ਹੈ, ਇੱਕ ਸੁਨਾਰ ਹੈ। ਤੇ ਉਸਦੇ ਥੱਲੇ ਇੱਕ ਵਾਈਟ ਡੌਗ, ਇੱਕ ਵਾਈਟ ਪੱਪੀ ਬੈਠਾ ਹੁੰਦਾ ਤੇ ਵਾਈਟ ਪੱਪੀ ਵਾਸ ਟ੍ਰੈਂਬਲਿੰਗ ਆਲ ਓਵਰ। ਤੇ ਜਿਹੜਾ ਡੌਗ ਹੈ ਉਹ ਪੱਪੀ ਉਹ ਕੰਬ ਰਿਹਾ ਹੁੰਦਾ ਤੇ ਹੁਣ ਉਸ ਦੀਆਂ ਡੌਗ ਦੀਆਂ ਅੱਖਾਂ ਵਿੱਚ ਵੀ ਮਿਸਰੀ ਸੀ, ਦੁੱਖ ਸੀ, ਤਕਲੀਫ ਸੀ ਤੇ ਟੈਰਰ ਵੀ ਸੀ, ਡਰ ਵੀ ਸੀ। ਤੇ ਕੁੱਤਾ ਕਾਫੀ ਜ਼ਿਆਦਾ ਡਰਿਆ ਹੋਇਆ ਸੀ ਤੇ ਜਿਹੜਾ ਰੂਕਿਨ ਹੈ ਉਹ ਆਪਣੀ ਫਿੰਗਰ ਨੂੰ ਐਜ਼ ਅ ਫਲੈਗ ਆਫ ਵਿਕਟਰੀ ਦਿਖਾ ਰਿਹਾ ਸੀ। ਤੇ ਰੂਕਿਨ ਪੁਲਿਸ ਸੁਪਰੀਡੈਂਡੈਂਟ ਓਚੋ ਮੈਲੋ ਨੂੰ ਦੱਸਦਾ ਹੈ ਕਿ ਕੁੱਤੇ ਨੇ ਉਸ ਨੂੰ ਬਿਨਾਂ ਗੱਲ ਤੋਂ ਵੱਢ ਦਿੱਤਾ, ਕੱਟ ਦਿੱਤਾ ਤੇ ਉਹ ਹੁਣ ਇੱਕ ਹਫ਼ਤੇ ਤੱਕ ਆਪਣੀ ਜਿਹੜੀ ਫਿੰਗਰ ਹੈ, ਆਪਣੀ ਉਂਗਲ ਯੂਜ਼ ਨਹੀਂ ਕਰ ਪਾਏਗਾ। ਤੇ ਉਸਦਾ ਤਾਂ ਕਾਫੀ ਫਾਈਨ ਕੰਮ ਹੈ, ਕਾਫੀ ਬਰੀਕੀ ਦਾ ਕੰਮ ਹੈ ਕਿਉਂਕਿ ਉਹ ਇੱਕ ਸੁਨਾਰ ਹੈ, ਉਹ ਰੂਕਿਨ ਇੱਕ ਸੁਨਾਰ ਹੈ। ਤੇ ਉਹ ਕਹਿੰਦਾ ਕਿ ਹੀ ਮਸਟ ਹੈਵ ਡੈਮੇਜਸ। ਤੇ ਰੂਕਿਨ ਕਹਿੰਦਾ ਕਿ ਉਸਨੂੰ ਮੁਆਵਜ਼ਾ ਉਹ ਮਿਲਣਾ ਚਾਹੀਦਾ, ਕੰਪਨਸੇਸ਼ਨ ਮਿਲਣੀ ਚਾਹੀਦੀ ਆ ਤੇ ਰੂਕਿਨ ਨੂੰ ਮੁਆਵਜ਼ਾ ਚਾਹੀਦਾ। ਤੇ ਹੁਣ ਓਚੋ ਮੈਲੋ ਹੈ ਜਿਹੜਾ ਪੁਲਿਸ ਸੁਪਰੀਡੈਂਡੈਂਟ ਹੈ ਉਸਨੂੰ ਕਹਿੰਦਾ ਕਿ ਹੁਣ ਅਸੀਂ ਇਸ ਗੱਲ ਨੂੰ ਜਾਣ ਨਹੀਂ ਦੇਣਾ ਤੇ ਉਹਨਾਂ ਲੋਕਾਂ ਨੂੰ ਸਬਕ ਮਿਲਣਾ ਚਾਹੀਦਾ ਜੋ ਆਪਣੇ ਡੌਗਸ ਨੂੰ ਖੁੱਲ੍ਹਾ ਛੱਡ ਦਿੰਦੇ ਨੇ। ਤੇ ਹੁਣ ਜਿਹੜਾ ਪੁਲਿਸ ਵਾਲਾ ਉਸਦੇ ਨਾਲ ਹੈ, ਓਚੋ ਮੈਲੋ ਦੇ ਨਾਲ ਜਿਹੜਾ ਪੁਲਿਸ ਵਾਲਾ ਜਿਸ ਦਾ ਨਾਮ ਯੈਲਡਰਿਨ, ਤੇ ਓਚੋ ਮੈਲੋ ਉਸਨੂੰ ਦੱਸਦਾ ਹੈ ਕਿ ਇੱਕ ਰਿਪੋਰਟ ਤਿਆਰ ਕਰੋ। ਤੇ ਉਸ ਤੋਂ ਬਾਅਦ ਓਚੋ ਮੈਲੋ ਕਹਿੰਦਾ ਕਿ ਡੌਗ ਮਸਟ ਬੀ ਸਟ੍ਰੈਂਗਲਡ। ਸਟ੍ਰੈਂਗਲ ਦਾ ਮਤਲਬ ਹੈ ਕਿ ਗਲਾ ਘੋਟ ਕੇ ਮਾਰ ਦੇਣਾ ਚਾਹੀਦਾ ਹੈ। ਤੇ ਹੁਣ ਜਿਹੜਾ ਓਚੋ ਮੈਲੋ ਹੈ ਪੁਲਿਸ ਸੁਪਰੀਡੈਂਡੈਂਟ ਹੈ ਉਹ ਰੂਕਿਨ ਦੇ ਫੇਵਰ ਵਿੱਚ ਹੈ ਤੇ ਹੁਣ ਉਹ ਇਹ ਕਹਿ ਰਿਹਾ ਕਿ ਜਿਹੜਾ ਡੌਗ ਓਨਰ ਹੈ ਉਸਨੂੰ ਸਬਕ ਸਿਖਾਉਣਾ ਤੇ ਜਿਹੜੀ ਉਸਦੀ ਸਜ਼ਾ ਹੈ ਉਸਨੂੰ ਮਿਲਣੀ ਚਾਹੀਦੀ ਹੈ, ਡੌਗ ਓਨਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਵੀ ਉਸਨੇ ਆਪਣੇ ਡੌਗ ਨੂੰ ਖੁੱਲ੍ਹਾ ਕਿਉਂ ਛੱਡ ਦਿੱਤਾ। ਤੇ ਹੁਣ ਕਰਾਊਡ ਵਿੱਚੋਂ, ਲੋਕਾਂ ਦੇ ਭੀੜ ਵਿੱਚੋਂ ਇੱਕ ਬੰਦਾ ਕਹਿੰਦਾ ਕਿ ਜਿਹੜਾ ਡੌਗ ਹੈ ਉਹ ਜਨਰਲ ਦਾ ਡੌਗ ਹੈ। ਜਨਰਲ ਦਾ ਨਾਂ ਹੈ ਜ਼ਿਗਲੋ। ਤੇ ਹੁਣ ਉਸਦਾ ਡੌਗ ਹੈ, ਜਨਰਲ ਜ਼ਿਗਲੋ ਦਾ ਡੌਗ ਹੈ। ਤੇ ਓਚੋ ਮੈਲੋ ਜਿਹੜਾ ਪੁਲਿਸ ਸੁਪਰੀਡੈਂਡੈਂਟ ਹੈ ਉਹ ਆਪਣਾ ਕੋਟ ਹੈ ਉਹ ਉਤਾਰ ਦਿੰਦਾ ਤੇ ਕਹਿੰਦਾ ਕਿ ਕਾਫੀ ਗਰਮੀ ਹੈ, ਲੱਗਦਾ ਕਿ ਮੀਂਹ ਪੈਣ ਵਾਲਾ। ਤੇ ਜਦੋਂ ਓਚੋ ਮੈਲੋ ਨੂੰ ਇਹ ਪਤਾ ਲੱਗਾ ਕਿ ਜਿਹੜਾ ਡੌਗ ਹੈ ਉਹ ਜਨਰਲ ਦਾ ਡੌਗ ਹੈ ਤਾਂ ਉਹ ਰੂਕਿਨ ਨੂੰ ਕਹਿੰਦਾ ਕਿ ਤੈਨੂੰ ਡੌਗ ਕਿਸ ਤਰ੍ਹਾਂ ਕੱਟ ਸਕਦਾ ਹੈ, ਉਹ ਇੱਕ ਛੋਟਾ ਜਿਹਾ ਡੌਗ ਹੈ ਤੇ ਤੂੰ ਇੱਕ ਹਲਕਿੰਗ ਫੈਲੋ ਹੈ, ਤੂੰ ਤਾਂ ਲੰਬਾ ਚੌੜਾ ਬੰਦਾ ਹੈ ਤੇ ਤੂੰ ਹੀ ਆਪਣੀ ਫਿੰਗਰ ਨੂੰ ਨੇਲ ਦੇ ਨਾਲ, ਕਿਸੇ ਕਿਲ ਦੇ ਨਾਲ ਸਕ੍ਰੈਚ ਕਰ ਲਿਆ ਹੋਣਾ ਤੇ ਤੈਨੂੰ ਇਹ ਆਈਡੀਆ ਆ ਗਿਆ ਹੋਣਾ ਕਿ ਮੈਂ ਕੰਪਨਸੇਸ਼ਨ ਲੈ ਲਵਾਂ, ਮੁਆਵਜ਼ਾ ਲੈ ਲਾਂ। ਤੇ ਫਿਰ ਉਸ ਤੋਂ ਬਾਅਦ ਓਚੋ ਮੈਲੋ ਰੂਕਿਨ ਨੂੰ ਕਹਿੰਦਾ ਮੈਂ ਜਾਣਦਾ ਤੇਰੇ ਵਰਗੇ ਲੋਕਾਂ ਨੂੰ। ਤੇ ਉਸ ਤੋਂ ਬਾਅਦ ਕੀ ਹੁੰਦਾ, ਉਸ ਤੋਂ ਬਾਅਦ ਕਰਾਊਡ ਵਿੱਚੋਂ, ਭੀੜ ਵਿੱਚੋਂ ਇੱਕ ਬੰਦਾ ਕਹਿੰਦਾ ਕਿ ਰੂਕਿਨ ਨੇ ਡੌਗ ਦੇ ਫੇਸ 'ਤੇ ਸਿਗਰਟ ਰੱਖ ਦਿੱਤੀ ਸੀ ਤਾਂ ਹੀ ਡੌਗ ਨੇ ਉਸਨੂੰ ਵੱਢਿਆ। ਤੇ ਦੋਸਤੋ, ਹੁਣ ਅਸੀਂ ਇਹ ਦੇਖਿਆ ਕਿ ਜਦੋਂ ਓਚੋ ਮੈਲੋ ਨੂੰ ਇਹ ਪਤਾ ਨਹੀਂ ਸੀ ਕਿ ਡੌਗ ਦਾ ਓਨਰ ਕੌਣ ਹੈ, ਕਿ ਡੌਗ ਦਾ ਮਾਲਕ ਕੌਣ ਹੈ, ਤੇ ਉਹ ਰੂਕਿਨ ਦੇ ਫੇਵਰ ਵਿੱਚ ਗੱਲ ਕਰ ਰਿਹਾ ਸੀ। ਤੇ ਹੁਣ ਉਸਨੂੰ ਇਹ ਪਤਾ ਲੱਗਿਆ ਕਿ ਜਿਹੜਾ ਡੌਗ ਹੈ ਉਹ ਇੱਕ ਜਨਰਲ ਦਾ ਡੌਗ ਹੈ ਤੇ ਹੁਣ ਉਸਦਾ ਜਿਹੜਾ ਸਟੈਂਡ ਹੈ ਉਹ ਬਦਲ ਗਿਆ ਤੇ ਹੁਣ ਰੂਕਿਨ ਦੇ ਪਿੱਛੇ ਹੀ ਪੈ ਗਿਆ। ਤੇ ਉਸ ਤੋਂ ਬਾਅਦ ਕੀ ਹੁੰਦਾ, ਤੇ ਉਸ ਤੋਂ ਬਾਅਦ ਇੱਕ ਪੁਲਿਸ ਵਾਲਾ ਕਹਿੰਦਾ ਕਿ ਉਹ ਜਨਰਲ ਦਾ ਡੌਗ ਤੇ ਹੈ ਹੀ ਨਹੀਂ, ਕਿ ਉਸ ਕੋਲ ਤੇ ਸੈਟਰਸ ਹਨ। ਤੇ ਸੈਟਰਸ ਕੀ ਹੁੰਦਾ, ਸੈਟਰ ਇੱਕ ਪਾਰਟਿਕੂਲਰ ਡੌਗ ਦੀ ਕਿਸਮ ਹੁੰਦੀ ਹੈ ਤੇ ਜਨਰਲ ਕੋਲ ਤੇ ਉਹੀ ਡੌਗ ਹੁੰਦੇ ਹਨ। ਤੇ ਓਚੋ ਮੈਲੋ ਦਾ ਸਟੈਂਡ ਹੈ ਉਹ ਫਿਰ ਤੋਂ ਚੇਂਜ ਹੋ ਜਾਂਦਾ ਤੇ ਉਹ ਰੂਕਿਨ ਨੂੰ ਕਹਿੰਦਾ ਕਿ ਹੁਣ ਅਸੀਂ ਇਸ ਗੱਲ ਨੂੰ ਜਾਣ ਨਹੀਂ ਦੇਣਾ, ਅਸੀਂ ਡੌਗ ਓਨਰ ਨੂੰ ਕੋਈ ਨਾ ਕੋਈ ਸਬਕ ਹੈ ਉਹ ਸਿਖਾਉਣਾ। ਹੁਣ ਸਮਾਂ ਆ ਗਿਆ, ਇਟਸ ਹਾਈ ਟਾਈਮ। ਤੇ ਹੁਣ ਕੀ ਹੋਇਆ, ਤੇ ਹੁਣ ਓਚੋ ਮੈਲੋ ਦਾ ਸਟੈਂਡ ਫਿਰ ਬਦਲ ਗਿਆ। ਫਿਰ ਭੀੜ ਵਿੱਚ ਇੱਕ ਬੰਦਾ ਕਹਿ ਦਿੰਦਾ ਕਿ ਇਹ ਜਨਰਲ ਦਾ ਡੌਗ ਹੀ ਹੈ, ਕਿ ਇਸ ਡੌਗ ਨੂੰ ਮੈਂ ਜਨਰਲ ਦੇ ਯਾਰਡ ਵਿੱਚ, ਜਨਰਲ ਦੇ ਵਿਹੜੇ ਵਿੱਚ ਦੇਖਿਆ ਸੀ। ਤੇ ਓਚੋ ਮੈਲੋ ਹੈ ਉਹ ਆਪਣਾ ਕੋਟ ਪਾ ਲੈਂਦਾ ਤੇ ਉਹ ਯੈਲਡਰਿਨ ਨੂੰ ਕਹਿੰਦਾ ਕਿ ਇਸ ਡੌਗ ਨੂੰ, ਇਸ ਪੱਪੀ ਨੂੰ ਜਨਰਲ ਦੇ ਘਰ ਲੈ ਜਾ ਤੇ ਇਨਕੁਆਇਰੀ ਕਰ ਲਈ ਤੇ ਇਹ ਵੀ ਕਹਿ ਦੇ ਜਨਰਲ ਨੂੰ ਕਿ ਇਸ ਡੌਗ ਨੂੰ ਮੈਂ ਭੇਜਿਆ ਹੈ ਤੇ ਇਹ ਡੌਗ ਤੇ ਬੜਾ ਹੀ ਨਾਜ਼ੁਕ ਹੈ, ਬੜਾ ਹੀ ਡੈਲੀਕੇਟ ਹੈ ਤੇ ਇਹ ਰੂਕਿਨ ਦੀ ਹੀ ਗਲਤੀ ਹੈ। ਤੇ ਹੁਣ ਥੋੜੇ ਸਮੇਂ ਬਾਅਦ ਕੀ ਹੁੰਦਾ, ਤੇ ਜਨਰਲ ਦਾ ਕੁੱਕ ਆ ਜਾਂਦਾ ਹੈ ਤੇ ਕੁੱਕ ਦਾ ਕੀ ਨਾਂ ਹੈ, ਕੁੱਕ ਦਾ ਨਾਂ ਹੈ ਪ੍ਰੋਹਰ। ਤੇ ਉਹ ਕਹਿੰਦਾ ਕਿ ਇਹ ਜਨਰਲ ਦਾ ਡੌਗ ਤੇ ਹੈ ਹੀ ਨਹੀਂ। ਹੁਣ ਜਿਹੜਾ ਪ੍ਰੋਹਰ ਹੈ ਉਹ ਆਪਣੀ ਗੱਲ ਖਤਮ ਹੀ ਨਹੀਂ ਕਰਦਾ ਤੇ ਓਚੋ ਮੈਲੋ ਕਹਿ ਦਿੰਦਾ ਕਿ ਫਿਰ ਇਹ ਸਟ੍ਰੇ ਡੌਗ ਹੈ, ਅਵਾਰਾ ਕੁੱਤਾ, ਇਟਸ ਅ ਸਟ੍ਰੇ ਡੌਗ, ਇਟ ਮਸਟ ਬੀ ਡਿਸਟਰੋਇਡ। ਤੇ ਹੁਣ ਜਿਹੜਾ ਓਚੋ ਮੈਲੋ ਦਾ ਸਟੈਂਡ ਹੈ ਫਿਰ ਬਦਲ ਗਿਆ
ਤੇ ਹੁਣ ਅਸੀਂ ਇਹ ਦੇਖਦੇ ਹਾਂ ਕਿ ਜਦੋਂ ਜਦੋਂ ਉੱਚ ਮੈਲੋ ਨੂੰ ਇਹ ਪਤਾ ਲੱਗਦਾ ਕਿ ਇਹ ਜਿਹੜਾ ਡੌਗ ਹੈ ਜਨਰਲ ਦਾ ਹੈ ਤੇ ਉਸਦਾ ਸਟੈਂਡ ਕੁਝ ਹੋਰ ਹੈ, ਤੇ ਜਦੋਂ ਉਸਨੂੰ ਇਹ ਪਤਾ ਲੱਗਦਾ ਕਿ ਇਹ ਜਿਹੜਾ ਡੌਗ ਹੈ ਜਨਰਲ ਦਾ ਡੌਗ ਹੈ ਹੀ ਨਹੀਂ ਤੇ ਉਸਦਾ ਸਟੈਂਡ ਬਦਲ ਜਾਂਦਾ ਹੈ। ਤੇ ਉਸ ਤੋਂ ਬਾਅਦ ਪ੍ਰੋਹਰ ਕਹਿੰਦਾ ਕਿ ਇਹ ਜਿਹੜਾ ਡੌਗ ਹੈ ਜਨਰਲ ਦੇ ਬ੍ਰਦਰ ਦਾ ਡੌਗ ਹੈ, ਤੇ ਜਨਰਲ ਦੇ ਬ੍ਰਦਰ ਦਾ ਨਾਮ ਹੈ ਵਲੈਡਮੀਰ ਇਮੈਂਚ, ਤੇ ਇਹ ਉਸਦਾ ਡੌਗ ਹੈ। ਤੇ ਇਹ ਜਿਹੜਾ ਡੌਗ ਹੈ ਜਨਰਲ ਦੇ ਭਰਾ ਦਾ, ਤੇ ਉੱਚੋਂ ਮੈਲੋ ਦਾ ਸਟੈਂਡ ਹੈ ਫਿਰ ਬਦਲ ਜਾਂਦਾ। ਤੇ ਉਹ ਕਹਿੰਦਾ ਕਿ ਡਿਲਾਈਟਡ ਟੂ ਹੀਅਰ ਡੈਟ, ਮੈਨੂੰ ਇਹ ਸੁਣ ਕੇ ਬਹੁਤ ਖੁਸ਼ੀ ਹੋਈ ਤੇ ਇਸ ਡੌਗ ਨੂੰ ਲੈ ਜਾਓ, ਅ ਲਾਈਵਲੀ ਕ੍ਰੀਏਚਰ, ਅ ਨਾਈਸ ਲਿਟਲ ਪਪ। ਤੇ ਉਸ ਤੋਂ ਬਾਅਦ ਕੀ ਹੁੰਦਾ, ਪ੍ਰੋਹਰ ਹੈ ਉਹ ਡੌਗ ਨੂੰ ਲੈ ਜਾਂਦਾ ਹੈ ਤੇ ਹਰੂਕਿਨ ਤੇ ਸਾਰੇ ਲੋਕ ਹੱਸਦੇ ਹਨ। ਤੇ ਹਰੂਕਿਨ ਤੇ ਸਾਰੇ ਲੋਕ ਹੱਸਦੇ ਕਿਉਂ ਹਨ, ਕਿਉਂਕਿ ਉਸਨੇ ਮੁਆਵਜ਼ਾ ਲੈਣਾ ਸੀ, ਕੰਪਨਸੇਸ਼ਨ ਜਾਂ ਡੈਮੇजेस ਲੈਣੇ ਸਨ, ਪਰ ਉਸਨੂੰ ਮੁਆਵਜ਼ਾ ਨਹੀਂ ਮਿਲ ਪਾਇਆ। ਤੇ ਉਸ ਤੋਂ ਬਾਅਦ ਕੀ ਹੁੰਦਾ, ਉਸ ਤੋਂ ਬਾਅਦ ਜਿਹੜਾ ਉੱਚੋ ਮੈਲੋ ਹੈ ਹਰੂਕਿਨ ਨੂੰ ਧਮਕੀ ਦਿੰਦਾ ਹੈ, ਆਪਣਾ ਕੋਟ ਪਾ ਲੈਂਦਾ ਤੇ ਚਲਾ ਜਾਂਦਾ। ਤੇ ਦੋਸਤੋ ਇਸ ਕਹਾਣੀ ਵਿੱਚ ਜਿਹੜਾ ਉੱਚੋ ਮੈਲੋ ਹੈ, ਜਿਹੜਾ ਪੁਲਿਸ ਸੁਪਰੀਡੈਂਡੈਂਟ ਹੈ, ਉਹ ਕੈਮੇਲੀਅਨ ਦੀ ਤਰ੍ਹਾਂ ਹੈ। ਕਿਉਂ ਕਿ ਉਹ ਕੈਮੇਲੀਅਨ ਦੀ ਤਰ੍ਹਾਂ ਕਿਉਂ ਹੈ, ਕਿਉਂਕਿ ਉਹ ਸਿਚੁਏਸ਼ਨ ਦੇ ਅਕੋਰਡਿੰਗਲੀ ਆਪਣਾ ਜਿਹੜਾ ਸਟੈਂਡ ਹੈ ਉਹ ਚੇਂਜ ਕਰਦਾ ਰਹਿੰਦਾ। ਤੇ ਜਦੋਂ ਉਸਨੂੰ ਡੌਗ ਦੇ ਓਨਰ ਦੇ ਬਾਰੇ ਪਤਾ ਨਹੀਂ ਸੀ ਤਾਂ ਉਹ ਹਰੂਕਿਨ ਦੇ ਫੇਵਰ ਵਿੱਚ ਗੱਲ ਕਰ ਰਿਹਾ ਸੀ, ਹਰੂਕਿਨ ਦੀ ਸਪੋਰਟ ਕਰ ਰਿਹਾ ਸੀ। ਤੇ ਜਦੋਂ ਉਸਨੂੰ ਇਹ ਪਤਾ ਲੱਗਦਾ ਕਿ ਜਿਹੜਾ ਡੌਗ ਹੈ ਜਨਰਲ ਦਾ ਹੈ ਜਾਂ ਜਨਰਲ ਦੇ ਭਰਾ ਦਾ ਹੈ, ਤਾਂ ਉਸਦਾ ਸਟੈਂਡ ਕੁਝ ਹੋਰ ਹੈ। ਇਸ ਕਰਕੇ ਜਿਹੜਾ ਕਹਾਣੀ ਦਾ ਟਾਈਟਲ ਹੈ ਇਹ ਕੈਮੇਲੀਅਨ, ਉਹ ਜਸਟੀਫਾਈਡ ਹੈ, ਕਿਉਂਕਿ ਜਿਹੜਾ ਉੱਚੋ ਮੈਲੋ ਪੁਲਿਸ ਸੁਪਰੀਡੈਂਡੈਂਟ ਹੈ ਉਹ ਮੌਕੇ ਅਨੁਸਾਰ ਆਪਣਾ ਰੰਗ ਬਦਲਦਾ ਰਹਿੰਦਾ ਹੈ। ਤੇ ਦੋਸਤੋ ਮੈਨੂੰ ਪੂਰੀ ਉਮੀਦ ਹੈ ਕਿ ਆਪ ਸਾਰਿਆਂ ਨੂੰ ਇਹ ਕਹਾਣੀ ਬਹੁਤ ਹੀ ਚੰਗੀ ਤਰ੍ਹਾਂ ਸਮਝ ਆ ਗਈ ਹੋਣੀ। ਅਗਲੇ ਵੀਡੀਓ ਵਿੱਚ ਅਸੀਂ ਇਸ ਕਹਾਣੀ ਦੇ ਕੁਐਸਚਨ ਆਨਸਰਸ ਕਰਾਂਗੇ। ਉਸ ਵੀਡੀਓ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਦਿੱਤਾ ਗਿਆ ਹੈ ਤੇ ਆਪ ਸਾਰਿਆਂ ਦੀ ਸਕਰੀਨ ਦੇ ਸਾਹਮਣੇ ਵੀ ਆ ਰਿਹਾ। ਹੁਣ ਦਿਓ ਆਪਣੇ ਅਧਿਆਪਕ ਸਰਦਾਰ ਹਰਵਿੰਦਰ ਸਿੰਘ ਨੂੰ ਇਜਾਜ਼ਤ। ਸਤਿ ਸ੍ਰੀ ਅਕਾਲ।